ਸਤਿ ਸ਼੍ਰੀ ਅਕਾਲ ਜੀ। ਮੈਂ ਵਿਕਰਮਜੀਤ ਸਿੰਘ ਬਰਾੜ ਅੱਜ ਲੈ ਕੇ ਆਇਆ ਹਾਂ ਅਕਾਊਂਟਿੰਗ ਦੇ ਲੈਕਚਰ ਸੀਰੀਜ਼। ਇਸ ਲੈਕਚਰ ਸੀਰੀਜ਼ ਦਾ ਇਹ ਪਹਿਲਾ ਲੈਕਚਰ ਹੈ ਤੇ ਇਸ ਲੈਕਚਰ ਸੀਰੀਜ਼ ਲਿਆਉਣ ਦਾ ਇੱਕ ਜਿਹੜਾ ਮੋਟਿਵ ਹੈਗਾ ਉਹ ਹੈ ਆ ਰਹੇ ਪੰਜਾਬ ਪਟਵਾਰੀ ਦਾ ਐਗਜ਼ਾਮ। ਤੇ ਇਸ ਪੰਜਾਬ ਪਟਵਾਰੀ ਦੇ ਐਗਜ਼ਾਮ ਵਿੱਚ ਜੋ ਕਿ ਤੁਹਾਨੂੰ ਅਕਾਊਂਟਿੰਗ ਦੇ 8 ਚੈਪਟਰ ਦਿੱਤੇ ਹੋਏ ਆ, 8 ਟੌਪਿਕ। ਇਹ 8 ਟੌਪਿਕ ਚੋਂ 10 ਕੁਐਸਚਨ ਆਉਣਗੇ ਅਕਾਊਂਟਿੰਗ ਦੇ, ਤੇ ਇਹਨਾਂ 10 ਕੁਐਸਚਨ ਦੇ ਹੀ ਰਿਲੇਟਡ ਅਸੀਂ ਇਹ ਅਕਾਊਂਟਿੰਗ ਜਿਹੜੀ ਲੈਕਚਰ ਸੀਰੀਜ਼ ਹੈ ਸ਼ੁਰੂ ਕੀਤੀ ਹੈ। ਇਸ ਅਕਾਊਂਟਿੰਗ ਲੈਕਚਰ ਸੀਰੀਜ਼ 'ਚ ਅੱਜ ਆਪਾਂ ਜਮਾਂ ਬੇਸਿਕ ਅਤੇ ਸਿੰਪਲ ਲੈਂਗੁਏਜ 'ਚ ਮੀਨਿੰਗ ਕਰਾਂਗੇ, ਡੈਫੀਨੇਸ਼ਨ ਕਰਾਂਗੇ ਅਤੇ ਅਕਾਊਂਟਿੰਗ ਡਿਵੈਲਪਮੈਂਟ ਕਿਵੇਂ ਹੋਈ ਉਹ ਆਪਾਂ ਦੇਖਾਂਗੇ। ਪਹਿਲਾਂ ਸਟੂਡੈਂਟਸ ਇੱਕ ਮੇਰੀ ਗੱਲ ਸੁਣ ਲਓ, ਮੀਨਿੰਗ ਅਤੇ ਡੈਫੀਨੇਸ਼ਨ ਕਰਨ ਤੋਂ ਬਾਅਦ ਜਦੋਂ ਡਿਵੈਲਪਮੈਂਟ ਦੇਖੀ ਇੱਕ ਵਾਰ ਵੀਡੀਓ ਨੂੰ ਰਿਪੀਟ ਕਰਕੇ ਜ਼ਰੂਰ ਦੇਖ ਲਿਓ, ਕਿਉਂਕਿ ਜਦੋਂ ਡਿਵੈਲਪਮੈਂਟ ਦੇਖੋਗੇ ਦੁਬਾਰਾ ਜਦੋਂ ਦੇਖਣ ਲੱਗੋਗੇ ਤਾਂ ਮੀਨਿੰਗ ਤੁਹਾਨੂੰ ਕਲੀਅਰ ਸਮਝ ਆਊਗਾ। ਠੀਕ ਹੈ, ਸਟਾਰਟ ਕਰਦੇ ਹਾਂ। ਦੇਖੀਏ ਤਾਂ ਵਾਟ ਇਜ਼ ਅਕਾਊਂਟਿੰਗ, ਅਕਾਊਂਟਿੰਗ ਕੀ ਹੈ। ਜਮਾਂ ਸਿੰਪਲ ਲੈਂਗੁਏਜ 'ਚ ਦੇਖੀਏ, ਕਲਚਰ ਫੈਮਿਲੀ 'ਚ ਕਿਸੇ ਦੀ ਵੀ ਇੱਕ ਦੁਕਾਨ ਹੈ, ਉੱਥੇ ਆਪਾਂ ਕਿਸੇ ਨੂੰ ਵੀ ਪੈਸੇ ਦਿੰਦੇ ਹਾਂ, ਉਹਦਾ ਆਪਾਂ ਰਿਕਾਰਡ ਰੱਖਦੇ ਹਾਂ। ਇਹੀ ਰਿਕਾਰਡ ਰੱਖਣਾ ਇਹਨੂੰ ਅਕਾਊਂਟਿੰਗ ਕਹਿੰਦੇ ਆ। ਹਾਂ ਜ਼ਰੂਰ ਜਿਹੜੀ ਅੱਜ ਦੀ ਅਕਾਊਂਟਿੰਗ ਹੈ ਇਸ 'ਚ ਕਾਫੀ ਕੁਛ ਜਿਹੜੇ ਰੂਲ ਹੈ ਉਹ ਅਲੱਗ ਹੈ, ਉਹ ਆਪਾਂ ਪੜ੍ਹਾਂਗੇ, ਪਰ ਇਹਨੂੰ ਹੀ ਅਕਾਊਂਟਿੰਗ ਕਹਿੰਦੇ ਆ। ਠੀਕ ਹੈ, ਪਹਿਲਾਂ 3 ਟਰਮ ਦੇਖ ਲਈਏ ਕਿਵੇਂ ਹੈ। ਅਕਾਊਂਟ ਕੀ ਹੈ, ਜਿਹੜੀ ਬੁੱਕ ਜਿਹੜੇ ਪੇਜ ਜਾਂ ਔਨਲਾਈਨ ਕਿਸੇ ਵੀ ਕਿੱਥੇ ਵੀ ਰੱਖਿਆ ਅੰਦਰ ਰਿਕਾਰਡ ਉਹਨੂੰ ਕੀ ਕਹਿੰਦਾ ਅਕਾਊਂਟ। ਅਤੇ ਜੋ ਵੀ ਇਹ ਜਿਹੜਾ ਰਿਕਾਰਡ ਰੱਖਦਾ ਉਹਨੂੰ ਕੀ ਕਹਿੰਦਾ ਅਕਾਊਂਟੈਂਟ। ਅਤੇ ਅਕਾਊਂਟਿੰਗ ਕੀ ਹੈ, ਯਾਨੀ ਕਿ ਜਦੋਂ ING ਲੱਗ ਗਿਆ ਅਕਾਊਂਟ ਨਾਲ, ਵਰਬ ਦੀ ਫਾਰਮ ਨਾਲ ING ਲੱਗ ਗਈ ਤਾਂ ਇਹ ਇੱਕ ਪ੍ਰੋਸੈਸ ਨੂੰ ਡਿਸਕਰਾਈਬ ਕਰਦਾ ਹੈ। ਠੀਕ ਹੈ, ਅਤੇ ਪ੍ਰੋਸੈਸ ਕੀ ਹੈ ਇਹ, ਯਾਨੀ ਕਿ ਸੀਰੀਜ਼ ਆਫ ਸਟੈਪਸ, ਜਿਹੜੀ ਆਪਾਂ ਅੱਗੇ ਡੈਫੀਨੇਸ਼ਨ 'ਚ ਕਰਾਂਗੇ, ਯਾਨੀ ਕਿ ਸੀਰੀਜ਼ ਆਫ ਸਟੈਪਸ ਜਾਂ ਪ੍ਰੋਸੈਸ। ਅਕਾਊਂਟਿੰਗ ਇਹ ਹੈ। ਠੀਕ ਹੈ, ਅਕਾਊਂਟਿੰਗ ਕਰਨੀ ਕਿਉਂ ਪੈਂਦੀ ਹੈ, ਜੇ ਆਪਾਂ ਦੇਖੀਏ ਅਕਾਊਂਟਿੰਗ ਕਿਉਂ ਹੋਣੀ ਚਾਹੀਦੀ। ਠੀਕ ਹੈ, ਹੁਣ ਮੈਂ ਗੱਲ ਕੀਤੀ ਹੈ ਵੀ ਆਪਾਂ ਲੈਣ ਦੇਣ ਕਰਦੇ ਹੈਗੇ, ਅਤੇ ਉਹ ਲੈਣ ਦੇਣ ਹੈ ਕੀ ਆਪਾਂ ਹਰ ਟ੍ਰਾਂਜੈਕਸ਼ਨ ਯਾਨੀ ਕਿ ਹਰ ਲੈਣ ਦੇਣ ਯਾਦ ਰੱਖ ਸਕਦੇ ਹਾਂ। ਇੰਨੀ ਹਿਊਮਨ ਮੈਮਰੀ ਹੈਗੀ ਹੈ? ਨਹੀਂ ਹੈਗੀ, ਮੇਰੇ ਹਿਸਾਬ ਨਾਲ ਤਾਂ ਨਹੀਂ, ਕਿਉਂਕਿ ਬਿਜ਼ਨਸ ਕਰਦੇ ਆਪਾਂ, ਉਧਾਰ ਵੇਚਦੇ ਹਾਂ, ਉਧਾਰ ਆਪਾਂ ਖਰੀਦਦੇ ਹਾਂ, ਜੇ ਕੈਸ਼ ਵੀ ਵੇਚਦੇ ਖਰੀਦਦੇ ਹਾਂ, ਆਪਾਂ ਨੂੰ ਜਿਹੜਾ ਰਿਕਾਰਡ ਚਾਹੀਦਾ ਹੁੰਦਾ ਅਤੇ ਉਹ ਰਿਕਾਰਡ ਆਪਾਂ ਨੂੰ ਅਕਾਊਂਟਿੰਗ ਵਧੀਆ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਜਮਾਂ ਸਭ ਤੋਂ ਜਿਹੜਾ ਬੇਸਿਕ ਆਬਜੈਕਟਿਵ ਹੈ। ਹੋਰ ਵੀ ਨੇ ਇਸ 'ਚ ਇਹ ਆਪਾਂ ਅੱਗੇ ਦੇਖਾਂਗੇ ਕਿਹੜੇ ਨੇ, ਜਦੋਂ ਤੁਸੀਂ ਅਕਾਊਂਟਿੰਗ ਤੁਹਾਨੂੰ ਕਲੀਅਰ ਹੋਣ ਲੱਗ ਗਈ। ਕਿਹੜਾ ਇੱਕ ਦੇਖ ਲਓ ਵੀ ਇਹ ਅਕਾਊਂਟਿੰਗ ਹੈ ਜਿਹੜੀ ਇਹ ਮੈਮਰੀ ਨੂੰ ਹੈਲਪ ਕਰਦੀ ਹੈ, ਕਿਉਂਕਿ ਹਰ ਚੀਜ਼ ਆਪਾਂ ਯਾਦ ਨਹੀਂ ਰੱਖ ਸਕਦੇ। ਠੀਕ ਹੈ, ਅਕਾਊਂਟਿੰਗ ਪਹਿਲਾਂ ਕੀ ਹੁੰਦੀ ਸੀਗੀ, ਬਿਜ਼ਨਸ ਔਰਗੇਨਾਈਜੇਸ਼ਨਸ ਜਿਹੜੀਆਂ ਉਹ 16ਵੀਂ ਜਾਂ 17ਵੀਂ ਸਦੀ 'ਚ ਆਉਣ ਲੱਗੀਆਂ ਕੰਪਨੀਜ਼। ਪਹਿਲਾਂ ਕੀ ਹੁੰਦੀ ਸੀ, ਪਰਸਨਲ ਪੁਆਇੰਟ ਆਫ ਵਿਊ ਤੋਂ ਹੁੰਦੀ ਸੀ। ਠੀਕ ਹੈ, ਹੁਣ ਕੀ ਹੈ, ਜਦੋਂ ਬਿਜ਼ਨਸ ਔਰਗੇਨਾਈਜੇਸ਼ਨਸ ਆ ਗਈਆਂ ਤਾਂ ਉਹਦੇ ਪੁਆਇੰਟ ਆਫ ਵਿਊ ਤੋਂ ਜੇ ਅਕਾਊਂਟਿੰਗ ਦੇਖੀਏ ਤਾਂ ਉਹ ਕਿਵੇਂ ਹੈ। ਠੀਕ ਹੈ, ਯਾਨੀ ਕਿ ਅਕਾਊਂਟਿੰਗ ਪਹਿਲਾਂ ਕੀ ਸੀ, ਪਹਿਲਾਂ ਅਕਾਊਂਟਿੰਗ ਜਿਹੜੀ ਸੀਗੀ, ਹੁਣ ਵੀ ਆਪਾਂ ਵੈਸੇ ਉਹਨੂੰ ਕਹਿ ਸਕਦੇ ਹਾਂ ਅਕਾਊਂਟਿੰਗ। ਜਿਵੇਂ ਹੁਣ ਮੈਂ ਇੱਕ ਵੈਸੇ ਹੀ ਮੈਨੂੰ ਪੋਕਟ ਮਨੀ ਮਿਲ ਰਹੀ ਹੈ, ਤਾਂ ਉਹ ਪੋਕਟ ਮਨੀ ਦਾ ਜਦੋਂ ਮੈਂ ਰਿਕਾਰਡ ਰੱਖ ਰਿਹਾ ਗਾ, ਮੈਂ ਅਕਾਊਂਟਿੰਗ ਕਰ ਰਿਹਾ, ਮੈਂ ਕੀ ਖਰਚਾ ਮੈਨੂੰ ਹਰ ਮਹੀਨੇ ਦੇ ਸ਼ੁਰੂਆਤ 'ਤੇ ਪੇਰੈਂਟਸ ਕਿੰਨੇ ਦੇ ਰਹੇ ਨੇ, ਉਸ 'ਚ ਮੈਂ ਕਿਵੇਂ ਖਰਚੇ ਜਮਾਂ ਉਹ ਲਿਖ ਰਿਹਾ। ਇੱਕ ਜਿਹੜਾ ਹੈਗਾ ਗਾ ਸੈਲਰੀ ਪਰਸਨ ਲਿਖ ਰਿਹਾ ਵੀ ਮੈਨੂੰ ਹਰ ਮਹੀਨੇ ਦੀ ਸ਼ੁਰੂਆਤ 'ਤੇ ਸੈਲਰੀ ਮਿਲ ਰਹੀ ਹੈ, ਮੈਂ ਕੀ ਖਰਚ ਰਿਹਾ। ਤੁਸੀਂ ਕਹਿੰਦੇ ਨਾ ਬਜਟ ਵੀ ਅਕਾਊਂਟਿੰਗ ਦਾ ਹਿੱਸਾ ਹੈ। ਠੀਕ ਹੈ, ਬਜਟ ਅਕਾਊਂਟਿੰਗ ਤੋਂ ਬਿਨਾਂ ਸੰਭਵ ਨਹੀਂ ਹੈ। ਠੀਕ ਹੈ, ਅਕਾਊਂਟਿੰਗ ਨੂੰ ਇਕਨੋਮਿਕਸ ਦੀ ਬ੍ਰਾਂਚ ਕਿਹਾ ਜਾਂਦਾ। ਠੀਕ ਹੈ, ਇਕੋਨਮੀ ਕਿਉਂ ਕਿਹਾ ਜਾਂਦਾ, ਕਿਉਂਕਿ ਅਕਾਊਂਟਿੰਗ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਆਪਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੁਸੀਂ ਅਕਾਊਂਟਿੰਗ 'ਚ ਇਨਵੋਲਵ ਹੁੰਦੇ ਹੋ, ਪਰ ਤੁਸੀਂ ਸਮਝਦੇ ਨਹੀਂ ਕਿ ਕਿਵੇਂ। ਠੀਕ ਹੈ, ਜੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ, ਜੇ ਨਹੀਂ ਆਪਾਂ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਹੀ ਵੈਸੇ ਅਕਾਊਂਟਿੰਗ ਪੜ੍ਹਨੀ ਹੈ ਹੁਣ ਤੋਂ। ਇਹਨੂੰ ਲੈਂਗੁਏਜ ਆਫ ਬਿਜ਼ਨਸ ਕਿਉਂ ਕਿਹਾ ਜਾਂਦਾ, ਕਿਉਂਕਿ ਬਿਜ਼ਨਸ ਹੈ ਜਿਹੜਾ, ਮੰਨ ਲਓ ਬਿਜ਼ਨਸ ਮੈਂ ਅਤੇ ਮੇਰਾ ਪਾਰਟਨਰ ਬਿਜ਼ਨਸ ਕਰ ਰਹੇ ਹਾਂ, 2 ਜਣੇ ਬਿਜ਼ਨਸ ਨੂੰ ਰਜਿਸਟਰ ਕਰ ਲਿਆ, ਪ੍ਰਾਈਵੇਟ ਕੰਪਨੀ ਬਣਾ ਲਈ, ਅਲੱਗ ਤੋਂ ਇੱਕ ਐਂਟੀਟੀ ਬਣ ਗਈ। ਠੀਕ ਹੈ, ਔਰਗੇਨਾਈਜੇਸ਼ਨ ਬਣਾ ਲਈ, ਨਾ ਤਾਂ ਉਹ ਬੋਲ ਸਕਦੀ ਹੈ, ਉਹ ਸਾਡੇ ਸਹਾਰੇ ਹੈ। ਠੀਕ ਹੈ, ਅਤੇ ਬਿਜ਼ਨਸ ਨੂੰ ਜਿਹੜੀ ਬਿਜ਼ਨਸ ਦਾ ਲੈਣ ਦੇਣ ਹੋਊਗਾ ਕੀਤਾ ਜਾਊਗਾ ਸਾਡੇ ਦੁਆਰਾ। ਠੀਕ ਹੈ, ਜੇ ਉਹ ਗੌਰਮੈਂਟ ਨੂੰ ਦਿਖਾਉਣਾ ਲੈਣ ਦੇਣ, ਗੌਰਮੈਂਟ ਇੰਟਰਸਟਡ ਹੁੰਦੀ ਹੈ ਸਾਡੇ ਦੇਸ਼ ਦੇ ਜਿਹੜੇ ਬਿਜ਼ਨਸ ਕੀ ਕਰ ਰਹੇ ਹੈ, ਇਨਕਮ ਟੈਕਸ ਡਿਪਾਰਟਮੈਂਟ, ਕਾਫੀ ਲੋਕ ਇੰਟਰਸਟਡ ਹੁੰਦੇ ਆ ਬਿਜ਼ਨਸ 'ਚ। ਜੇ ਬਾਹਰੋਂ ਮੈਂ ਪੈਸਾ ਲਿੱਤਾ ਤਾਂ ਉਹ ਲੋਕ ਵੀ ਇੰਟਰਸਟਡ ਨੇ ਬਿਜ਼ਨਸ 'ਚ। ਠੀਕ ਹੈ, ਤਾਂ ਉਹਨਾਂ ਨੂੰ ਇਹ ਡੇਟਾ ਬਿਜ਼ਨਸ ਦਾ, ਟ੍ਰਾਂਜੈਕਸ਼ਨ ਦਾ, ਲੈਣ ਦੇਣ ਦਾ, ਕੀ ਖਰੀਦਿਆ ਕੀ ਵੇਚਿਆ। ਠੀਕ ਹੈ, ਬਿਜ਼ਨਸ ਦੀ ਪ੍ਰੋਡਕਸ਼ਨ ਕੀ ਹੈ। ਜੇ ਅਰੋੜਾ ਕਲਾਸਿਸ ਚੱਲ ਰਹੀਆਂ, ਇਸ 'ਚ ਮੰਨ ਲਓ 1000 ਜਣਿਆਂ ਨੇ ਬਾਹਰੋਂ ਪੈਸੇ ਲਾਏ ਆ। ਠੀਕ ਹੈ, ਅਰੋੜਾ ਸਰ ਨੂੰ ਦਿੱਤੇ ਨੇ ਕਲਾਸਿਸ, ਜਿਹੜਾ ਹੈ ਸਾਰਾ ਕੁਛ ਕੋਚਿੰਗ ਕਲਾਸਿਸ ਸਟਾਰਟ ਕਰਨ ਲਈ, ਫਰਨੀਚਰ ਲਿਆਉਣ ਲਈ। ਠੀਕ ਹੈ, ਇੱਕ ਬਿਲਡਿੰਗ ਖੜੀ ਕਰਨ ਲਈ। ਠੀਕ ਹੈ, 1000 ਜਣਿਆਂ ਨੇ ਪੈਸੇ ਦੇ ਦਿੱਤੇ। ਹੁਣ ਜਿਹੜੇ ਉਹ 1000 ਜਣੇ ਆ,
वो हर महीने तो या हर साल तो जानना चाहणगे उन्होंने पैसा ना की हो रहा है, ठीक है। गवर्नमेंट जानना चाहेगी सर अरोड़ा सर ਜਿਹੜੇ ਹੈਗੇ इनकम टैक्स भरते हैं, ठीक है। तो होर भी कई ऑर्गेनाइजेशनस ने गवर्नमेंट ਦੀਆਂ ਜਿਹੜੀਆਂ जानना ਚਾਹੁੰਦੀਆਂ कि बिजनेस किवें चल रहा है, की एक्टिविटी है। वो सारा कुछ की होगा अकाउंटिंग जो करांगे लैन देन की, सेल की, किन्ना क्लास बच्चे आए, ठीक है, इंस्टीट्यूशन च, ठीक है, की खर्च होए, किन्ने टीचर्स नूं सैलरी दी, वो सारा रिकॉर्ड किया जाता है, रिकॉर्ड किया जाता है। फिर एक क्वालीफाइड अकाउंटेंट, ठीक है, और एक स्टेटमेंट्स बनाऊगा जिन्होंने फाइनल स्टेटमेंट्स या फाइनैंशियल स्टेटमेंट्स कहा जाता है, ਜਿਹੜੀਆਂ कि लैंगुएज ऑफ बिजनेस बनती है। लैंगुएज ऑफ बिजनेस मान लो वो जबान बनती है बिजनेस दियाँ, भी बोल के दस दें भी असी आह बिजनेस किया, ठीक है, दस दें भी सानू प्रॉफिट होया कि लॉस होया, ठीक है। अगे है ब्रांच ऑफ इकनॉमिक्स। हुण जे गल करिए ब्रांच ऑफ इकनॉमिक्स किवें, आपां जे तुसीं इकनॉमिक्स पढ़ते हो, ठीक है, इकॉनमी उस च आ जाता है, उस च हर चीज़ आ जाती है, बिजनेस आ जाता है, बिजनेस एक्टिविटी यानी कि लैन देन, ठीक है, जिहदे नाल एक प्रोसैस बन जाती है, ठीक है। मैन्युफैक्चरिंग एक्टिविटी चलती है, इस तो एक बंदे तो दूसरे बंदे ताईं जिहड़ा लैन देन होंदा है, जिहदे नाल जानी कि देश चलदा, ठीक है। इस जिहड़ी इकनॉमिक एक्टिविटी है इहदी अकाउंटिंग क्यों है ये ब्रांच, क्योंकि अकाउंटिंग तो बिना कोई भी बिजनेस नहीं चला सकता आप वधिया किवें। हुण इकनॉमिक्स आपां जे बिजनेस पढ़ते हैं, ठीक है, बिजनेस पढ़ते हैं, मैन्युफैक्चरिंग पढ़ते हैं यानी कि उत्पादन पढ़ते हैं, ਆਪਾਂ सर्विस सैक्टर पढ़ते हैं, जोड़ा कोचिंग इंस्टीट्यूशन अपना ये सर्विस सैक्टर के अंडर आ गया, ठीक है, ये पढ़ते हैं। आप इनू वधिया ढंग नाल नहीं चला सकते जे अकाउंटिंग नहीं है। जे आप अकाउंटिंग की है रिकॉर्ड है, ठीक है, अकाउंट जो रखा जाता है, जिस अपने को ये रिकॉर्ड ही नहीं होगा अकाउंटिंग नहीं होगी, जो आपको प्रॉफिट एंड लॉस नहीं पता लगूगा अपना, ठीक है, जोड़ा अकाउंटिंग तो बिना पता नहीं लग सकता, ठीक है। अपन पता ही नहीं लगू किन्ने खर्चे हो रहे हैं, तो फिर आप बिजनेस किवें चलावांगे। तो इकनॉमी है जी इकॉनमी, ਉਹਦੇ 'ਚ ਆਪਾਂ ਕੀ ਹੈ ਕੰਟਰੀਬਿਊਟ ਕਿਵੇਂ ਕਰਾਂਗੇ, ਠੀਕ ਹੈ, ਜਿਹੜੀ ਲਾਰਜਰ ਪਾਰਟ 'ਤੇ ਇਹ ਬ੍ਰਾਂਚ ਆਫ ਇਕਨੋਮਿਕਸ ਹੈ, ਠੀਕ ਹੈ। ਸਟੂਡੈਂਟਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਰਿਹਾ ਹੈਗਾ। ਅਕਾਊਂਟ ਜਿਸ 'ਚ ਰਿਕਾਰਡ ਰੱਖਿਆ ਜਾਂਦਾ ਹੈ, ਇੱਕ ਬੁੱਕ ਨੂੰ ਵੀ ਕਿਹਾ ਜਾ ਸਕਦਾ, ਇੱਕ ਪੇਜ ਨੂੰ ਵੀ। ਅੱਜ ਕੱਲ੍ਹ ਕੰਪਿਊਟਰ 'ਚ ਅਕਾਊਂਟਿੰਗ ਹੁੰਦੀ ਹੈ, ਤਾਂ ਕਰਕੇ ਕੰਪਿਊਟਰ ਵੀ ਇੱਕ ਅਕਾਊਂਟ ਹੈ, ਕੰਪਿਊਟਰ 'ਚ ਅਕਾਊਂਟ ਹੁੰਦੇ ਨੇ। ਅਕਾਊਂਟੈਂਟ ਕੀ ਹੈ, ਜਿਹੜਾ ਬੰਦਾ ਕੁਆਲੀਫਾਈਡ ਬੰਦਾ, ठीक है, ਅਕਾਊਂਟਿੰਗ ਕਰਦਾ ਹੈ। जे सिंपल लैंगुएज तो आप भी अकाउंटेंट हैं, जो आप अपनी पॉकेट मनी की अकाउंटिंग कर रहे हैं, आप सैलरी पर्सन तो अपनी सैलरी की अकाउंटिंग कर रहे हैं, पर अकाउंटिंग करनी है जी, ठीक है, किसी बिजनेस की करनी है, ठीक है, किसी गवर्नमेंट इंस्टीट्यूशन की करनी है, प्राइवेट पब्लिक किसी भी इंस्टीट्यूशन की, तो वह चार्टर्ड अकाउंटेंट ही कर सकता है। यानी कि चार्टर्ड अकाउंटेंट किहड़ा है, जिहड़ा है इंस्टीट्यूट ऑफ चार्टर्ड अकाउंटेंट्स ऑफ इंडिया, ICAI, ठीक है, ये इंस्टीट्यूशन हैगा, ठीक है, मैं दोबारा लिख देना ICAI, ठीक है, इंस्टीट्यूट है। ये की करदा है, ये चार्टर्ड अकाउंटेंट है एक हिसाब नाल प्रोड्यूस करता है, ठीक है, यदा काम है। आप ਜਿਹੜੇ CA करनी है तो आप कर सकते हैं, पेपर पास करांगे तो आप फिर की है क्वालीफाइड हो जाएंगे इन्हों द्वारा कि आप अकाउंटिंग कर सकते हैं, ठीक है। फिर आप की बन गए अकाउंटेंट किसी भी फर्म के, ठीक है। अकाउंटिंग की है ये आप जो रिकॉर्डिंग कर रहे हैं किसी भी बिजनेस की, ठीक है, किसी भी बिजनेस की रिकॉर्डिंग कर रहे हैं कास की, उन्होंने बिजनेस एक्टिविटी की, क्योंकि हुण आप अकाउंटिंग किहड़े व्यू तो देखनी, पॉइंट ऑफ व्यू तो बिजनेस तो, ठीक है। आप बिजनेस की अकाउंटिंग कर रहे हैं, उन्होंने ट्रांजैक्शन की, उन्होंने मैन्युफैक्चरिंग की, ठीक है। हुण मैं दोबारा एग्जाम्पल देना चाहांगा कि अपने एक हैगी शॉप हैगी, ठीक है, उस शॉप च ग्रोसरी स्टोर है, ठीक है, ला लो, उस हुण अपना काफ़ी कुछ बिकदा गा, अलग अलग समान घर का, ठीक है, निक्के तो लैके वड्डे ताईं। उस जिहड़ा हैगा उस स्टोर च आपां अलग अलग समान खरीदते हैं, वो समान खरीदण दा खर्चा रिकॉर्ड करते हैं, किन्ने दे विच आऊ रिकॉर्ड करते हैं, ठीक है। ये रिकॉर्ड रखे जाते क्यों, क्योंकि आप देखना है कि आपको प्रॉफिट कितना हो रहा, लॉस कितना हो रहा, खर्चे अपने किन्ने है, कल्ले अपने आपां ही ये आपकी मर्जी नाल नहीं रखते, ये गवर्नमेंट भी कहती है भी रखने हैं, ठीक है। अगे चलते हैं गाइज, मैनू जे तुहानूं नहीं समझ भी किरा घट आया जे तुसीं कहने हो तो ये तां करके है, जो तुसीं दोबारा वीडियो देखोगे, ठीक है, मैं डेफिनेशन कराऊँगा, डिवेलपमेंट किवें हुई वो दसूँगा, तो तुहानूं मैनूं उम्मीद है तुहानूं समझ आ जाऊगा, ठीक है। हुण देखो फस्ट डेफिनेशन देखने तो पहले सैकेंड जरूर देखो, ठीक है। अकाउंटिंग इज़ अ सिस्टमैटिक टूल फॉर प्रिपेयरिंग फाइनैंशियल स्टेटमेंट्स। हुण सिस्टमैटिक टूल है, सिस्टमैटिक की होंदा जिहड़ी प्रोसैस होगी जिहदी सिस्टमैटिक स्टैप ऑन, ठीक है।
ਵੀ 1 2 3 ਵੀ ਪਹਿਲਾਂ ਆ ਕਰਨਾ ਫਿਰ ਆ ਕਰਨਾ ਫਿਰ ਆ ਕਰਨਾ। ਸਿਸਟਮੈਟਿਕ ਟੂਲ ਹੈ ਅਕਾਊਂਟਿੰਗ ਫॉर ਪ੍ਰੀਪੇਅਰਿੰਗ ਫਾਈਨੈਂਸ਼ੀਅਲ ਸਟੇਟਮੈਂਟਸ। गाइस सिस्टमैटिक टूल है प्रिपेयरिंग फाइनैंशियल स्टेटमेंट्स। फाइनैंशियल स्टेटमेंट्स की हों इस ਆਪਾਂ ਜਿਵੇਂ P&L प्रॉफिट एंड लॉस कोई बिजनेस कर रहे हैं, बिजनेस पॉइंट ऑफ व्यू तो जो अकाउंटिंग ਨੂੰ ਆਪਾਂ देख रहे हैं तो प्रॉफिट एंड लॉस अकाउंट बनाने, ठीक है, P&L, ठीक है, प्रॉफिट एंड लॉस अकाउंट, बैलेंस शीट, ठीक है, तो कैश फ्लो स्टेटमेंट ये जी काफ़ी आ जाएंगे, ठीक है। ये की है, ये फाइनैंशियल स्टेटमेंट्स है, ये किस तरह बनाई जाती है अकाउंटिंग करके, ठीक है। फाइनैंशियल स्टेटमेंट्स जड़ियाँ है एक प्रोसैस मैं दसिया अकाउंटिंग एक प्रोसैस है, ठीक है। कित्थों स्टार्ट होंदी है रिकॉर्डिंग तो कित्थे खत्म होंदी है फाइनैंशियल स्टेटमेंट्स ते, ठीक है। हुण माड़ा दोनों डेफिनेशन जो आपां इकट्ठियां करके देखते हैं तो तुहानूं मैं दसदा जिवें मैं कहा सी इत्थे भी सिस्टमैटिक इत्थे भी सिस्टमैटिक, यानी कि स्टैप बाय स्टैप आए नहीं भी पहला आपां की करता आ स्टैप वो करता फिर आ नहीं, पहला की करना है जो एक हुण मैं एग्जाम्पल लैके चलदा, ठीक है। आ डेफिनेशन ते मेरी जिहड़ा हैगा कोई कोचिंग इंस्टीट्यूशन है, ठीक है, अरोड़ा क्लासेस, तो उस की है अपने खर्चे भी होंगे, बच्चों की फीस आती है, इनकम भी होंगी है, किसी होर कितने फंड भी आ सकता गवर्नमेंट फंड च आपां कई बार कहने भी मैं कोचिंग वैसे ही दे रहा, ठीक है, तो नॉन प्रॉफिट इंस्टीट्यूशन है, ठीक है। पहला की करना है अकाउंटिंग पहला आप आइडेंटिफाई करना है कि ये ट्रांजैक्शन रिकॉर्ड करना कि नहीं, ठीक है। कापी तो हम लिख दे सकते हैं आप जिमें विक्रम तो अज मैं 10,000 रुपये लै ली 3 महीनों की कोचिंग के स्टार्टिंग, ठीक है। ये की होगा ये अकाउंटिंग जी रिकॉर्डिंग करा पहला आप देखा, ठीक है, भी ये रिकॉर्ड होने योग हैगी कि नहीं। अकाउंटिंग की किया जाता गाइस, माड़ा मैं कन्फ्यूज ना हो प्लीज़। फाइनैंशियल यानी कि जी चीज़ मनी च मैयर की जा सकती है, मनी च मापी जा सकती है, उन्होंने रिकॉर्ड किया जाता, मनी च पैसों च मापी जा सकती है, ठीक है। एक तो आ गया हुण जो कोचिंग इंस्टीट्यूशन है मेरा, ठीक है, तुसी आ रहे हो, एक बच्चा हैगा जिहड़ा एवरेज है, एक किहड़ा हैगा जिन्होंने पढ़ाने की बस 7 या 8 दिन ही लोड़ पई, ठीक है, भी पहले ही प्रिपेयर सी महीना की लोड़ पई, उन्हें पेपर क्लीयर करता, ठीक है। ये की है एक क्वालिटीज़ है, क्वालिटीज़ नूं कदे भी आपां मनी च मैयर नहीं कर सकते, ठीक है। तां ही जिहड़ी चीज़ मनी च मैयर हो सकती है, मापी जा सकती है पैसों च, उन्होंने आपां पहचाणांगे, ठीक है, उन्होंने आपां रिकॉर्ड करांगे, ठीक है। रिकॉर्ड करता फिर देखांगे रिकॉर्ड करके भी कौन कौन इस रिकॉर्ड एंट्री शामिल है। हुण विक्रम मेरे इंस्टीट्यूशन आया, ठीक है, उन्हें 10,000 रुपये दिते तो 3 महीनों लिए कोचिंग लै रहा, ठीक है। एक तो विक्रम, ठीक है, आया विक्रम शामिल है तो 10,000 रुपये। गाइस होप तुसीं जिहड़े कन्फ्यूज नहीं हो रहे, मैं सिंपली इन्हूं रखने की कोशिश कर रहा। पहला की करांगे आपां आइडेंटिफाई करते हैं, रिकॉर्डिंग करते हैं, फिर देखते हैं कौन कौन शामिल है, फिर अलग अलग अकाउंट बना लेंगे हैं, फिर उन्होंने देखते हैं इत्थे कोई गलती तो नहीं, फिर की है वो अकाउंट्स नूं जिहड़े फाइनैंशियल स्टेटमेंट सी ना है ना उन्होंने तैयार किया जाता है, P&L, ठीक है, बैलेंस शीट ते कैश फ्लो स्टेटमेंट। गाइस आप डेफिनेशन वाल एक बार फिर आवांगे, पहला आप डिवेलपमेंट देख लीए, ठीक है। मैं पहला भी दसिया सी अकाउंटिंग नूं बिजनेस है जिहड़े कंपनीज़ है ऑर्गेनाइजेशनस है वो तो 16वीं 17वीं सदी चंगा है, ठीक है। पहला की सी अकाउंटिंग की जी हिस्टरी है वो बैक टू ह्यूमन हिस्टरी कहा जाता है, जदों जानी कि ह्यूमन बनया उदों तो लभी जाती है हिस्टरी, ठीक है। किवें क्योंकि लैन देन तो बहुत पुराना ना, ठीक है, राजा के समय भी लैन देन हुंदा सी, ते वो लैन देन नूं जदों मैं लिखता कि मैं 1000 रुपया शाम तो लैता वो मैं अकाउंटिंग कर रहा, ठीक है। उदों का ये तो बहुत पुराना है, ठीक है, तां करके अकाउंटिंग बहुत पुरानी है। पर जी अज अकाउंटिंग है, ठीक है, अज की अकाउंटिंग नूं की कहा जाता है डबल एंट्री सिस्टम, ठीक है। वो कदों बनी, वो 14वीं ईस्वी जी हैगी है उस तो बाद बनी। क्यों बनी, क्योंकि इस तो बाद बिजनेस की ग्रोथ होने लग गई, ठीक है। एक कंट्री तो दूसरी कंट्री माल आउन जान लग गया बद, ठीक है, बिजनेस की जी ग्रोथ हुई उहदे नाल जिहड़ा हैगा ट्रांजैक्शन वधिया, यानी कि लैन देन वध गया, ठीक है, बिजनेस की ग्रोथ हुई तो डबल एंट्री सिस्टम आ गया। डबल एंट्री सिस्टम ये आप पढ़ांगे अज की अकाउंटिंग किहड़े सिस्टम ते बेस्ड है, डबल एंट्री सिस्टम ते, ठीक है। तो ये डबल एंट्री सिस्टम जो पहली बार किहने दिता सीगा, लुकास पिसोली ने, ठीक है। इन्होंने फादर ऑफ मॉडर्न अकाउंटिंग भी कहा जाता है, ठीक है। 1494 में इन्होंने बुक छापी सी, यानी कि इन रिटन सानू डबल एंट्री सिस्टम 1494 मिले, ठीक है।
ਹਰੇਕ ਚੀਜ਼ ਦੀ ਗਾइस ਡਿਵੈਲਪਮੈਂਟ ਹੁੰਦੀ ਹੈ। ਇੱਥੋਂ ਇਹ ਇਮਰਜ ਹੋਈ, ਆਪਾਂ ਐਗਜੈਕਟ ਡੇਟ ਨਹੀਂ ਦੱਸ ਸਕਦੇ ਹੁੰਦੇ ਕਦੋਂ ਇਹ ਚੀਜ਼ ਹੋਣ ਚਾਹੀ, ਠੀਕ ਹੈ। ਇੱਥੇ ਕੁਛ ਹੋਰ ਹੁੰਦੀ ਹੈ, ਹੌਲੀ ਹੌਲੀ ਜਿਹੜੀ ਹੈਗੀ ਆ ਇਹ ਮਾਡਰਨ ਤੱਕ ਪਹੁੰਚਦੀ ਹੈ ਅਤੇ ਇਦੋਂ ਵੀ ਅੱਗੇ ਜਾਂਦੀ ਹੁੰਦੀ ਹੈ, ਠੀਕ ਹੈ। ਇਹ ਇਸੇ ਤਰ੍ਹਾਂ ਅਕਾਊਂਟਿੰਗ ਹੈ। ਜਦੋਂ ਇੰਡਸਟਰੀਅਲਾਈਜੇਸ਼ਨ ਹੋ ਗਿਆ, ਠੀਕ ਹੈ, ਅਤੇ ਇਹਦੇ ਨਾਲ ਕੀ ਹੈ, ਅਕਾਊਂਟਿੰਗ ਵੀ ਜਿਹੜੀ ਹੈਗੀ ਉਹ ਸੋਫਿਸਟੀਕੇਟਡ ਹੋ ਗਈ। ਪਹਿਲਾਂ ਕੀ ਸੀ, ਆਪਾਂ ਲਿਖਦੇ ਹੁੰਦੇ ਸੀਗੇ ਮੈਂ ਆਰਾਮ ਤੋਂ ਇੰਨੇ ਲਏ, ਇੱਕ ਕਾਪੀ ਜਿਵੇਂ ਲਿਖੀ ਹੁੰਦੀ ਹੈਗੀ, ਠੀਕ ਹੈ, ਮੈਂ ਤੋਂ ਇੰਨੇ ਲਏ, ਇੰਨੇ ਦੇਣੇ ਆ। ਜਦ ਤੁਸੀਂ ਦੇਖਿਆ ਹੀ ਹੈਗਾ ਘਰ 'ਚ ਜਿਹੜੇ ਹਿਸਾਬ ਨਾਲ ਹਿਸਾਬ ਰੱਖਿਆ ਜਾਂਦਾ, ਠੀਕ ਹੈ। ਪਰ ਇਹ ਤਾਂ ਕੰਮ ਨੂੰ ਬਾਹਲਾ ਜਿਹੜਾ ਸੀਗਾ ਬਹੁਤ ਜ਼ਿਆਦਾ ਉਹ ਬਣ ਜਾਂਦਾ ਸੀਗਾ ਕੰਮ ਔਖਾ। ਫਿਰ ਕੀ ਸੀ, ਫਿਰ ਡਬਲ ਐਂਟਰੀ ਸਿਸਟਮ ਆਇਆ। ਡਬਲ ਐਂਟਰੀ ਸਿਸਟਮ 'ਚ ਵੀ ਹੋਰ ਕਈ ਕੁਛ ਜੋੜਿਆ ਗਿਆ ਅਤੇ ਉਹ ਅੱਜ ਦੀ ਆਪਣੇ ਕੋਲ ਅਕਾਊਂਟਿੰਗ ਆ ਜਾਂਦੀ ਹੈ, ਜਿਹੜੀ ਇੰਡਸਟਰੀਅਲ ਰੈਵੋਲਿਊਸ਼ਨ ਤੋਂ ਬਾਅਦ ਹੋਰ ਵੀ ਯਾਨੀ ਕਿ ਡਿਵੈਲਪ ਹੋਈ, ਠੀਕ ਹੈ। ਹੁਣ ਅਕਾਊਂਟਿੰਗ ਜਿਹਨੂੰ ਮੈਂ ਕਿਹਾ ਸੀ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਦੇਖਣੀ ਆਪਾਂ, ਕਿਉਂ ਦੇਖਣੀ ਹੈ, ਠੀਕ ਹੈ। ਇੱਕ ਹੋਰ ਵੀ ਕਾਰਨ ਅਕਾਊਂਟਿੰਗ ਕਰਨ ਦਾ, ਇੱਕ ਤਾਂ ਹੈਗੀ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਯਾਦ ਸ਼ਕਤੀ ਇੰਨੀ ਹੈ ਨਹੀਂ ਕਿ ਆਪਾਂ ਹਰ ਗੱਲ ਨੂੰ, ਹਰ ਲੈਣ ਦੇਣ ਨੂੰ, ਪੈਸੇ ਜਿਹੜਾ ਹੁੰਦਾ ਹੈਗਾ ਉਹਨੂੰ ਯਾਦ ਰੱਖ ਸਕੀਏ, ਠੀਕ ਹੈ। ਇਹਦਾ ਕਾਰਨ ਕੀ ਹੈ, ਅੱਜ ਕੱਲ੍ਹ ਕੰਪਨੀਜ਼ ਆ ਗਈਆਂ, ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੱਤੀ ਸੀ ਵੀ ਸਪੋਜ਼ ਕਰੋ ਅਰੋੜਾ ਸਰ ਨੂੰ 1000 ਬੰਦਿਆਂ ਨੇ ਪੈਸੇ ਦਿੱਤੇ ਕਿ ਤੁਸੀਂ ਇੱਕ ਬਹੁਤ ਵੱਡੇ ਪੱਧਰ 'ਤੇ ਕੋਚਿੰਗ ਇੰਸਟੀਟਿਊਸ਼ਨ ਖੋਲ੍ਹੋ, ਉਹਨਾਂ ਨੇ ਓਪਨ ਕੀਤਾ। ਹੁਣ ਜਿਹੜੇ ਹੈਗੇ ਸਪੋਜ਼ ਕਰੋ ਉਸ ਜਿਹੜੇ ਪੈਸੇ ਲਾਉਂਦੇ ਹੁੰਦੇ ਆ ਉਹ ਤਾਂ ਹੁੰਦੇ ਆ ਓਨਰ, ਠੀਕ ਹੈ। ਜਿਹੜਾ ਮੈਨੇਜਮੈਂਟ ਕੌਣ ਕਰਦਾ, ਜਿਹੜਾ ਕੀ ਹੈ ਬੰਦਾ ਉਹਨਾਂ ਟੀਚਰਸ ਨੂੰ ਦੇਖ ਰਿਹਾ, ਬੱਚਿਆਂ ਦਾ ਜਿਹੜਾ ਫੀਡਬੈਕ ਲੈ ਰਿਹਾ, ਯਾਨੀ ਕਿ ਸਾਰਾ ਕੁਛ ਜਿਹੜਾ ਹੈਗਾ ਰਨ ਕਰ ਰਿਹਾ ਬਿਜ਼ਨਸ ਨੂੰ, ਉਹ ਹੁੰਦਾ ਮੈਨੇਜਮੈਂਟ। ਹੁਣ ਜਿਹਦਾ ਪੈਸਾ ਲੱਗਿਆ ਹੁੰਦਾ ਉਹਨੇ ਜਾਣਨਾ ਕਿ ਸਾਡੇ ਪੈਸੇ ਨਾਲ ਕੀ ਹੋ ਰਿਹਾ, ਪ੍ਰੋਫਿਟ ਹੋ ਰਿਹਾ, ਯਾਨੀ ਕਿ ਜਿੰਨੇ ਪੈਸੇ ਲਏ ਸੀ ਅਗਲੇ ਸਾਲ ਵੱਧ ਰਹੇ ਆ ਤਾਂ ਪ੍ਰੋਫਿਟ ਹੈ, ਜੇ ਘਟ ਰਹੇ ਆ ਖਰਚੇ ਵੱਧ ਹੋ ਰਹੇ ਆ, ਹੱਥ 'ਚ ਕੁਛ ਆ ਨਹੀਂ ਰਿਹਾ ਤਾਂ ਲਾਸ ਹੁੰਦਾ, ਠੀਕ ਹੈ। ਉਹਨਾਂ ਨੇ ਦੇਖਣਾ ਪ੍ਰੋਫਿਟ ਹੋ ਰਿਹਾ ਕਿ ਲਾਸ ਹੋ ਰਿਹਾ। ਅਤੇ ਜਿਹੜਾ ਬਿਜ਼ਨਸ ਨੂੰ ਚਲਾ ਕੌਣ ਰਿਹਾ ਹੁੰਦਾ ਮੈਨੇਜਮੈਂਟ। ਇਹਨਾਂ ਨੇ ਕੀ ਕਰਨਾ ਹੈਗਾ, ਅਕਾਊਂਟਿੰਗ ਕਰਨੀ ਹੈ। ਅਕਾਊਂਟਿੰਗ ਕਰਕੇ ਕੀ ਕਰਨੀ ਹੈ, ਫਾਈਨੈਂਸ਼ੀਅਲ ਜਿਹੜੀਆਂ ਹੈਗੀਆਂ ਸਟੇਟਮੈਂਟਸ ਨੂੰ ਪ੍ਰਪੇਅਰ ਕਰਨਾ ਹੈ, ਠੀਕ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਪ੍ਰਪੇਅਰ ਕਰਨਾ ਹੈ। ਕਿਹੜੀਆਂ ਹੁੰਦੀਆਂ ਉਹ ਫਾਈਨੈਂਸ਼ੀਅਲ ਸਟੇਟਮੈਂਟਸ, ਉਹ ਹੁੰਦੀਆਂ ਗੀਆਂ ਪ੍ਰੋਫਿਟ ਐਂਡ ਲਾਸ, ਬੈਲੈਂਸ ਸ਼ੀਟ, ਠੀਕ ਹੈ, ਅਤੇ ਕੈਸ਼ ਫਲੋ, ਠੀਕ ਹੈ। ਇਹਨਾਂ ਨੂੰ ਪ੍ਰਪੇਅਰ ਕਰਕੇ ਓਨਰਸ ਨੂੰ ਪ੍ਰੋਵਾਈਡ ਕਰਨਾ ਹੁੰਦਾ ਹੈ ਅਤੇ ਉਹਨਾਂ ਨੂੰ ਦੱਸਣਾ ਵੀ ਅਸੀਂ ਤੁਹਾਡੇ ਪੈਸੇ ਦਾ ਇਹ ਕੁਛ ਕੀਤਾ, ਠੀਕ ਹੈ। ਇਹਦੇ ਲਈ ਵੀ ਅਕਾਊਂਟਿੰਗ ਹੋਰ ਡਿਵੈਲਪ ਹੋਈ, ਕੀ ਕਿਹਾ ਮੈਂ, ਹੋਰ ਡਿਵੈਲਪ ਹੋਈ, ਠੀਕ ਹੈ। ਕਈ ਸਟੇਜਸ ਤੋਂ ਟੱਪ ਕੇ ਅਕਾਊਂਟਿੰਗ ਅੱਜ ਆਪਣੇ ਕੋਲ ਆਈ ਹੈ। ਇੱਕ ਵਾਰੀ ਦੁਬਾਰੇ ਦੇਖ ਲਓ, ਹਿਊਮਨ ਹਿਸਟਰੀ ਜਦੋਂ ਦੀ ਹੈਗੀ ਹੈ ਉਦੋਂ ਦੀ ਅਕਾਊਂਟਿੰਗ ਕਿਹਾ ਜਾਂਦਾ ਹੈ, ਕਿਉਂਕਿ ਲੈਣ ਦੇਣ ਬਹੁਤ ਪੁਰਾਣਾ ਹੈ, ਲੈਣ ਦੇਣ ਨਾਲ ਹੀ ਅਕਾਊਂਟਿੰਗ ਜੁੜੀ ਹੋਈ ਹੈ। 14ਵੀਂ ਸਦੀ 'ਚ ਅਕਾਊਂਟਿੰਗ ਦੀ ਗਰੋਥ ਹੋਈ, ਠੀਕ ਹੈ। ਫਿਰ ਸਾਡੇ ਕੋਲ ਡਬਲ ਐਂਟਰੀ ਸਿਸਟਮ ਆਇਆ, ਜਿਹੜਾ ਆਪਾਂ ਪੜ੍ਹਾਂਗੇ, ਇੱਕ ਵਾਰੀ ਤੁਸੀਂ ਲਿਖ ਸਕਦੇ ਹੋ। ਅੱਜ ਦੀ ਅਕਾਊਂਟਿੰਗ ਕਾਸ 'ਤੇ ਬੇਸਡ ਹੈ ਡਬਲ ਐਂਟਰੀ ਬੁੱਕ ਸਿਸਟਮ 'ਤੇ, ਠੀਕ ਹੈ, ਬੁੱਕ ਕੀਪਿੰਗ 'ਤੇ। ਇਹਦੇ ਫਾਦਰ ਕੌਣ ਹੈਗੇ, ਲੂਕਾਸ ਪਿਸੋਲੀ। 1494 ਵਿੱਚ ਇਹਨਾਂ ਨੇ ਇਨ ਰਿਟਨ ਆਪਾਂ ਨੂੰ ਇੱਕ ਬੁੱਕ ਦਿੱਤੀ ਡਬਲ ਐਂਟਰੀ ਸਿਸਟਮ 'ਤੇ, ਠੀਕ ਹੈ। ਜਦੋਂ 16ਵੀਂ 17ਵੀਂ ਸਦੀ 'ਚ ਜਿਹੜੀ ਇੰਡਸਟਰੀਅਲ ਰੈਵੋਲਿਊਸ਼ਨ ਹੋਇਆ, ਅਕਾਊਂਟਿੰਗ ਦੀ ਹੋਰ ਡਿਵੈਲਪਮੈਂਟ ਹੋਈ, ਠੀਕ ਹੈ। ਓਨਰਸ਼ਿਪ ਅਤੇ ਮੈਨੇਜਮੈਂਟ, ਜਿਹੜੇ ਪੈਸਾ ਲਾਉਂਦੇ ਆ ਉਹ ਅਲੱਗ ਹੁੰਦੇ ਆ, ਜਿਹੜਾ ਬਿਜ਼ਨਸ ਚਲਾਉਂਦੇ ਆ ਉਹ ਅਲੱਗ ਹੁੰਦੇ ਆ, ਠੀਕ ਹੈ, ਦੂਰ ਬੈਠੇ ਹੁੰਦੇ ਆ। ਜਿਹੜੇ ਬਿਜ਼ਨਸ ਚਲਾ ਰਹੇ ਆ ਉਹਨਾਂ ਨੇ ਦੱਸਣਾ ਅਸੀਂ ਤੁਹਾਡੇ ਪੈਸੇ ਦਾ ਕੀ ਕਰ ਰਹੇ ਹਾਂ, ਤਾਂ ਉਹਦੇ ਕਰਕੇ ਵੀ ਅਕਾਊਂਟਿੰਗ ਦੀ ਡਿਵੈਲਪਮੈਂਟ ਹੋਈ, ਠੀਕ ਹੈ ਗਾਇਸ। ਹੁਣ ਤੁਸੀਂ ਧਿਆਨ ਨਾਲ ਦੇਖੋ, ਇੱਕ ਵਾਰੀ ਦੁਬਾਰਾ ਆਪਾਂ ਡੈਫੀਨੇਸ਼ਨ ਕਰਦੇ ਹਾਂ। ਮੈਂ ਬਿਜ਼ਨਸ ਚਲਾ ਰਿਹਾ ਹੈਗਾ, ਪੈਸਾ ਕਿਸੇ ਨੇ ਲਾਇਆ, ਠੀਕ ਹੈ। ਜਦੋਂ ਕਿਸੇ ਵੀ ਚੀਜ਼ ਦਾ ਬਿਜ਼ਨਸ, ਮੈਂ ਕੋਚਿੰਗ ਇੰਸਟੀਟਿਊਸ਼ਨ ਚਲਾ ਰਿਹਾ, ਮੇਰੇ ਕੋਲ ਪੈਸੇ ਆਈ ਜਾਂਦੇ ਆ, ਠੀਕ ਹੈ। ਮੈਂ ਦੇਖੂੰਗਾ ਕਿੱਥੋਂ ਆ ਰਹੇ ਆ, ਫਿਰ ਮੈਂ ਉਹਨਾਂ ਨੂੰ ਰਿਕਾਰਡ ਕਰੂੰਗਾ, ਠੀਕ ਹੈ। ਦੇਖੂੰਗਾ ਕਿਹੜੇ ਕੀ ਕੁਛ ਸ਼ਾਮਲ ਹੈ, ਮੈਯਰ ਕਰੂੰਗਾ ਖਰਚਾ, ਇਨਕਮ, ਠੀਕ ਹੈ। ਫਿਰ ਉਹਨਾਂ ਨੂੰ ਮੈਂ ਵੰਡ ਦੂੰਗਾ, ਠੀਕ ਹੈ। ਫਿਰ ਮੈਂ ਦੇਖੂੰਗਾ ਸਹੀ ਹੈ, ਫਿਰ ਮੈਂ ਇੱਥੇ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰਿਪੇਅਰ ਕਰੂੰਗਾ, ਕਿਹੜੀਆਂ, P&L, ਬੈਲੈਂਸ ਸ਼ੀਟ ਅਤੇ ਕੈਸ਼ ਫਲੋ ਸਟੇਟਮੈਂਟ, ਠੀਕ ਹੈ ਗਾਇਸ। ਲਾਸਟ ਵਾਰੀ ਮੈਂ ਇੱਕ ਵਾਰੀ ਡੈਫੀਨੇਸ਼ਨ ਤੁਹਾਨੂੰ ਹੇਠ ਦੀ ਪੜ੍ਹਾ ਰਿਹਾ ਹੈਗਾ। ਕੀ ਹੈ ਅਕਾਊਂਟਿੰਗ, ਕੀ ਹੈ, ਸਿਸਟੇਮੈਟਿਕ ਟੂਲ ਹੈ, ਠੀਕ ਹੈ, ਸੀਰੀਜ਼ ਆਫ ਸਟੈਪਸ ਹੈ। ਕਾਹਦੇ ਲਈ ਇਹ ਜਿਹੜੀ ਹੈਗੀ ਡਨ ਕੀਤੀ ਜਾਂਦੀ ਹੈ, ਜਾਂ ਅਕਾਊਂਟਿੰਗ ਨੂੰ ਇੱਕ ਸਹਿ ਸਕਦੇ ਕਿ ਵੀ ਕੰਮ ਕਿਉਂ ਕੀਤਾ ਜਾਂਦਾ, ਅਕਾਊਂਟਿੰਗ ਕਿਉਂ ਕੀਤੀ ਜਾਂਦੀ ਹੈ, ਕਿਉਂਕਿ ਆਪਾਂ ਉਹਨੂੰ ਫਾਈਨੈਂਸ਼ੀਅਲ ਸਟੇਟਮੈਂਟਸ ਬਣਾਉਣੀ ਹੈ, ਠੀਕ ਹੈ। ਇਹ ਦੇਖੀਏ ਤਾਂ ਹੁਣ ਅਕਾਊਂਟਿੰਗ 'ਤੇ ਫਿਰ ਅੱਜ ਇੱਕ ਵਾਰੀ ਮੈਂ ਦੱਸ ਦੇਣਾ, ਅਕਾਊਂਟ ਜਿਸ 'ਚ ਆਪਾਂ ਨੂੰ ਰਿਕਾਰਡ ਰੱਖਿਆ ਜਾਂਦਾ, ਠੀਕ ਹੈ। ਜਿਹੜੇ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਹੈ ਉਹ ਵੀ ਅਕਾਊਂਟ ਨੇ। ਅਕਾਊਂਟੈਂਟ ਜਿਹੜਾ ਇਹ ਕੁਆਲੀਫਾਈਡ ਹੁੰਦਾ ਬੰਦਾ, ਜਿਹਨੂੰ ਨੌਲੇਜ ਹੁੰਦੀ ਹੈਗੀ ਅਕਾਊਂਟਿੰਗ ਕਰਨ ਦੀ, ਉਹਨੂੰ ਅਕਾਊਂਟੈਂਟ ਕਿਹਾ ਜਾਂਦਾ, ਠੀਕ ਹੈ। ਅਕਾਊਂਟਿੰਗ ਕੀ ਹੈ, ਇਹ ਸੀਰੀਜ਼ ਆਫ ਸਟੈਪਸ ਹੈ, ਠੀਕ ਹੈ, ਜਿਸ 'ਚ ਆਪਾਂ ਕੀ ਹੈ ਬਿਜ਼ਨਸ ਦਾ ਲੈਣ ਦੇਣ, ਠੀਕ ਹੈ, ਯਾਨੀ ਕਿ ਟ੍ਰਾਂਜੈਕਸ਼ਨਸ, ਠੀਕ ਹੈ, ਸਾਰਾ ਕੁਛ ਇੱਕ ਸੀਰੀਜ਼ ਆਫ ਸਟੈਪਸ ਹੈ, ਰਿਕਾਰਡ ਕਰਦੇ ਹਾਂ, ਉਹਨੂੰ ਕੀ ਕਿਹਾ ਜਾਂਦਾ ਅਕਾਊਂਟਿੰਗ, ਠੀਕ ਹੈ। ਅਕਾਊਂਟਿੰਗ ਦਾ ਐਂਡ ਰਿਜ਼ਲਟ ਕੀ ਹੁੰਦਾ, ਠੀਕ ਹੈ। ਸੀਰੀਜ਼ ਆਫ ਸਟੈਪਸ ਮੈਂ ਕਿਹਾ ਸੀਗਾ, ਐਂਡ ਰਿਜ਼ਲਟ ਕੀ ਹੁੰਦਾ ਹੈਗਾ
ਫਾਈਨੈਂਸ਼ੀਅਲ ਸਟੇਟਮੈਂਟਸ। ਗਾਈਸ ਜਿਹੜਾ ਇਹ ਐਂਡ ਰਿਜ਼ਲਟ ਹੈਗਾ, ਯਾਨੀ ਕਿ ਮੈਂ ਅਕਾਊਂਟਿੰਗ ਕਹਿ ਰਿਹਾ ਇੱਕ ਪ੍ਰੋਸੈਸ ਹੈ, ਇਹ ਪ੍ਰੋਸੈਸ ਆਪਾਂ ਅਗਲੇ ਲੈਕਚਰ 'ਚ ਦੇਖਾਂਗੇ, ਠੀਕ ਹੈ। ਤੇਰਾ ਮੇਰਾ ਇੱਕ ਹੀ ਮੋਟਿਵ ਹੈ, ਤੁਹਾਨੂੰ ਬਸ ਅਕਾਊਂਟਿੰਗ ਦੇ ਬੇਸਿਕ ਜੇ ਮੀਨਿੰਗ ਸਮਝਾਉਣਾ, ਠੀਕ ਹੈ। ਅਤੇ ਮੈਨੂੰ ਉਮੀਦ ਆ ਤੁਹਾਨੂੰ ਸਮਝ ਆ ਗਈ। ਅਕਾਊਂਟਿੰਗ ਜਮਾਂ ਸ਼ੁਰੂ ਚੀਜ਼ ਤੋਂ ਮੈਂ ਕਿਹਾ ਹਿਊਮਨ ਹਿਸਟਰੀ ਦਾ ਜਿਹੜਾ ਹੈਗਾ ਗਾ ਅਕਾਊਂਟਿੰਗ ਦਾ ਰਿਲੇਸ਼ਨ ਹੈਗਾ, ਕਿਉਂ ਆਈ ਸੀ, ਕਿਉਂਕਿ ਜਿਹੜੀ ਹੈਗੀ ਆਪਣੀ ਮੈਮਰੀ ਇੰਨੀ ਹੈ ਨਹੀਂ ਵੀ ਆਪਾਂ ਹਰ ਟ੍ਰਾਂਜੈਕਸ਼ਨ ਨੂੰ ਯਾਦ ਰੱਖ ਸਕੀਏ, ਉਹ ਵੀ ਰੈਫਰੈਂਸ ਲਈ ਆਪਾਂ ਲਿਖਦੇ ਹਾਂ, ਠੀਕ ਹੈ। ਤਾਂ ਕਰਕੇ ਹੋਰ ਵੀ ਬਹੁਤ ਕੁਛ ਹੈ, ਉਹ ਆਪਾਂ ਸਿੱਖਾਂਗੇ। ਲੈਂਗੁਏਜ ਆਫ ਬਿਜ਼ਨਸ ਹੈ, ਬਿਜ਼ਨਸ ਆਪ ਕਮਿਊਨੀਕੇਟ ਨਹੀਂ ਕਰ ਸਕਦਾ, ਬੋਲ ਨਹੀਂ ਸਕਦਾ ਵੀ ਮੇਰੇ ਕੋਲ ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਲਾਸ ਹੋਇਆ, ਉਹ ਆਪਾਂ ਇੱਕ ਜਿਹੜੇ ਹੈਗੇ ਸਟੇਟਮੈਂਟਸ ਹੁੰਦੀਆਂ ਹੈਗੀਆਂ, ਠੀਕ ਹੈ, ਉਹ ਤੋਂ ਦੇਖਦੇ ਹਾਂ। ਜਿਹੜੇ 3-4 ਹੀ ਸਟੇਟਮੈਂਟ ਨੇ। ਬ੍ਰਾਂਚ ਆਫ ਇਕਨੋਮਿਕਸ ਹੈ, ਕਿਉਂਕਿ ਇਕਨੋਮਿਕਸ 'ਚ ਆਪਾਂ ਕੀ ਦੇਖਦੇ ਹਾਂ, ਮੈਨੂਫੈਕਚਰਿੰਗ ਐਕਟੀਵਿਟੀ ਹੈ, ਠੀਕ ਹੈ, ਸਰਵਿਸ ਸੈਕਟਰ ਹੈ, ਕਾਫੀ ਚੀਜ਼ਾਂ। ਇਹ ਜਿਹੜਾ ਹੈਗਾ ਗਾ ਇਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਗਾ, ਠੀਕ ਹੈ। ਜੇ ਆਪਣਾ ਕੋਚਿੰਗ ਇੰਸਟੀਟਿਊਸ਼ਨ ਚੱਲ ਰਿਹਾ ਹੈਗਾ, ਮੇਨ ਮੋਟਿਵ ਕੀ ਹੈ ਇਹਦਾ, ਇਕਨੋਮਿਕ ਐਕਟੀਵਿਟੀ 'ਚ ਇਹ ਪਾਰਟੀਸਪੇਟ ਕਰ ਰਹੇ ਹੈਗੇ, ਪ੍ਰੋਫਿਟ ਐਂਡ ਲਾਸ ਹੁੰਦਾ ਗਾ ਮੇਨ ਮੋਟਿਵ ਜਿਹੜਾ ਪ੍ਰਾਈਵੇਟ ਔਰਗੇਨਾਈਜੇਸ਼ਨ ਹੈ। ਅਤੇ ਇਹ ਜਿਹੜੀ ਇਕਨੋਮਿਕਸ ਦੀ ਬ੍ਰਾਂਚ ਹੈਗੀ, ਇਹਨੂੰ ਬਸ ਰਿਟਨ 'ਚ ਲੈ ਕੇ, ਠੀਕ ਹੈ, ਪਤਾ ਕਰਨਾ ਹੈਗਾ ਵੀ ਪ੍ਰੋਫਿਟ ਹੋਇਆ, ਲਾਸ ਹੋਇਆ, ਸਾਡੇ ਕੋਲ ਕੀ ਬਚਦਾ ਐਂਡ 'ਤੇ। ਸੋ ਗਾਈਸ, ਉਮੀਦ ਹੈ ਮੈਨੂੰ ਤੁਹਾਨੂੰ ਸਮਝ ਆਇਆ ਹੋ। ਮੈਂ 3 ਤੋਂ 4 ਵਾਰੀ ਹਰ ਚੀਜ਼ ਰਿਪੀਟ ਕੀਤੀ ਹੈਗੀ, ਅਤੇ ਜੇ ਫਿਰ ਵੀ ਤੁਹਾਨੂੰ ਕੁਛ ਕੁਆਇਰੀ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਇਹ ਹੈ ਮੇਰੀ ਈਮੇਲ ID, ਇਹ 'ਤੇ ਵੀ ਦੱਸ ਸਕਦੇ ਹੋ।